ਇਹ ਕਿੱਦਾਂ ਦੇ ਅੱਜ ਦੇ ਲੋਕ ਕਿੱਥੇ ਤੁਰ ਗਏ ਚੱਜ ਦੇ ਲੋਕ। ਇਹ ਕਿੱਦਾਂ ਦੇ ਅੱਜ ਦੇ ਲੋਕ ਕਿੱਥੇ ਤੁਰ ਗਏ ਚੱਜ ਦੇ ਲੋਕ। ਬੱਦਲਾਂ ਵਾਂਗੂ ਗੱਜਦੇ ਲੋਕ, ਪੈਸੇ ਪਿੱਛੇ ਭੱਜਦੇ ਲੋਕ। ਸ਼ਰਮਾਂ ਨੂੰ ਕੀ ਕੱਜਣਾ ਇਹਨਾਂ, ਜਿਸਮ ਤੱਕ ਨਾ ਕੱਜਦੇ ਲੋਕ। ਲੁੱਟਿਆਂ ਨੂੰ ਵੀ ਲੁੱਟੀ ਜਾਂਦੇ, ਲੁੱਟ ਲੁੱਟ ਕੇ ਨਾ ਰੱਜਦੇ ਲੋਕ। ਦੂਸਰਿਆਂ ਦੇ ਪੜਦੇ ਪਾੜਨ ਤੇ ਆਪਣੇ ਪੜਦੇ ਕੱਜਦੇ ਲੋਕ। ਬੰਦੇ ਵਿੱਚੋਂ ਬੰਦਾ ਲੱਭੇ, ਇੱਕ ਦੂਜੇ ਵਿੱਚ ਵੱਜਦੇ ਲੋਕ। ਨਿੱਕੀ ਜਿੰਨੀ ਗੱਲ ਦੂਜੇ ਦੀ ਛੱਜ ਦੇ ਵਿੱਚ ਪਾ ਛੱਜਦੇ ਲੋਕ। ਨਾ ਕੁਝ ਗੁੰਮਿਆ ਨਾ ਕੁਝ ਲੱਭਿਆ, ਕਾਹਦੇ ਪਿੱਛੇ ਭੱਜਦੇ ਲੋਕ। ਨਾ ਕੁਛ ਗੁੰਮਿਆ ਨਾ ਕੁਛ ਲੱਭਿਆ, ਕਾਹਦੇ ਪਿੱਛੇ ਭੱਜਦੇ ਲੋਕ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਬਾਰੇ ਇਹ ਲਾਈਨਾਂ ਨੇ ਲੋਕਾਂ ਦੇ ਵਿੱਚ ਸਾਰੇ ਹੀ ਆ ਗਏ। ਅਸੀਂ ਵੀ ਆ ਗਏ, ਤੁਸੀਂ ਵੀ ਆ ਗਏ। ਇਹ ਹਰਜਿੰਦਰ ਕੰਗ ਸਾਡੇ ਫ੍ਰੈਜ਼ਨੋ ਦੇ ਵਿੱਚ ਇੱਥੇ ਰਹਿੰਦੇ ਨੇ, ਕੈਲੀਫੋਰਨੀਆ ਦੇ ਵਿੱਚ। ਬਹੁਤ ਵਧੀਆ ਸ਼ਾਇਰ ਨੇ ਔਰ ਨਾਲ ਦੀ ਨਾਲ ਗੀਤ ਇਹਨਾਂ ਦਾ ਜਿਹੜਾ ਅਸੀਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਹੰਸਰਾਜ ਹੰਸਨੋ ਦੀ ਆਵਾਜ਼ 'ਚ। ਹੋਰ ਵੀ ਬੜੇ ਗੀਤ ਆਏ ਨੇ ਕਾਫੀ ਸਿੰਗਰਾਂ ਦੀ ਆਵਾਜ਼ 'ਚ। ਉਹਨਾਂ ਦੀਆਂ ਲਿਖੀਆਂ ਹੋਈਆਂ ਲਾਈਨਾਂ ਨੇ ਜਿਹੜੀਆਂ ਮੈਂ ਪੇਸ਼ ਕੀਤੀਆਂ। ਸੋ ਲੋਕਾਂ ਬਾਰੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ। ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਦੀ ਗੱਲ ਕਰੀਏ ਤਾਂ ਹਮੇਸ਼ਾ ਦੀ ਤਰ੍ਹਾਂ ਕੁਝ ਗੱਲਾਂ ਬਾਤਾਂ, ਕੁਝ ਵਿਸ਼ੇ ਅਤੇ ਕੁਝ ਰੰਗ ਬਰੰਗੀਆਂ ਖਬਰਾਂ, ਜਾਣੀ ਕਿ ਚਟਪਟੀਆਂ ਖਬਰਾਂ ਜਿਹੜੀਆਂ ਕਿ ਸਾਨੂੰ ਸੁਣਨ ਦੇ ਵਿੱਚ ਬੜੀਆਂ ਅਜੀਬ ਲੱਗਦੀਆਂ ਪਰ ਹੁੰਦੀਆਂ ਸੱਚੀਆਂ। ਉਹ ਖਬਰਾਂ ਕੁਛ ਦੁਨੀਆ ਭਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਦੁਨੀਆ ਰੰਗ ਬਰੰਗੀ ਦੇ ਤਹਿਤ। ਸੋ ਅੱਜ ਵੀ ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਥੋੜ੍ਹੀ ਜਿਹੀ। ਪੰਜਾਬ ਦੇ ਵਿੱਚ ਵੀ ਗਹਿਮਾ ਗਹਿਮੀ ਕੈਫੀ ਚੱਲਦੀ ਆ। ਆਹ ਜਿਹੜੀਆਂ ਹੁਣ ਖੇਡਾਂ ਮੇਰੇ ਵਤਨ ਦੀਆਂ ਸ਼ੁਰੂ ਕੀਤੀਆਂ ਮਾਨ ਸਾਹਿਬ ਨੇ, ਪੰਜਾਬ ਸਰਕਾਰ ਨੇ, ਅਤੇ ਉਦੋਂ ਪਹਿਲਾਂ ਉਹ ਅੰਮ੍ਰਿਤਸਰ ਜਾ ਕੇ ਆਏ ਨੇ। ਅਗਲੇ ਦਿਨ ਗਏ ਨੇ, ਗੋਤਾਗੱਦੀ ਦਿਵਸ ਵਾਲੇ ਦਿਨ ਗਏ ਨੇ ਅੰਮ੍ਰਿਤਸਰ ਸਾਹਿਬ ਗਏ ਨੇ ਮੱਥਾ ਟੇਕਣ। ਅਤੇ ਉੱਥੇ ਕਿਹਾ ਇਹ ਜਾਂਦਾ ਕਿ ਸ਼੍ਰੋਮਣੀ ਕਮੇਟੀ ਦਾ ਤੁਸੀਂ ਸੁਣਿਆ ਹੋਣਾ ਬਿਆਨ ਧਾਮੀ ਸਾਹਿਬ ਦਾ, ਕਿ ਕਹਿੰਦੇ ਵੀ ਭਾਈ ਇਹ ਬਹੁਤ ਬੁਰਾ ਮਨਾਇਆ ਉਹਨਾਂ ਨੇ ਕਿ VIP ਸਿਕਿਉਰਿਟੀ ਦੇ ਨਾਲ ਮੁੱਖ ਮੰਤਰੀ ਅੰਦਰ ਆਏ ਆ ਅਤੇ ਬਹੁਤ ਲੋਕਾਂ ਨੂੰ ਉਹਦੇ ਨਾਲ ਪਰੇਸ਼ਾਨੀ ਹੋਈ ਵੀ ਹੈ। ਅਤੇ ਦੂਜੀ ਗੱਲ ਭਾਈ ਚਾਹੀਦਾ ਵੀ ਇਹੀ ਹੈ ਕਿ ਤੁਸੀਂ ਜਦੋਂ ਕਿਸੇ ਵੀ ਧਾਰਮਿਕ ਸਥਾਨ 'ਤੇ ਆਪਾਂ ਜਾਂਦੇ ਹਾਂ ਅਤੇ ਉਦੋਂ ਘੱਟੋ ਘੱਟ ਜੋ ਕੁਛ ਵੀ ਤੁਸੀਂ ਹੈਗੇ ਆ, ਜੇ ਕੋਈ ਸਟਾਰ ਹੈ ਫਿਲਮਾਂ ਦੇ ਵਿੱਚ ਤਾਂ ਉਹ ਸਟਾਰ ਪੁਣਾ ਆਪਣਾ, ਅਤੇ ਜੋ ਕੋਈ ਮੰਤਰੀ ਸੰਤਰੀ ਹੈ ਤਾਂ ਆਪਣਾ ਮੰਤਰੀ ਸੰਤਰੀ ਪੁਣਾ ਥੋੜ੍ਹੀ ਦੇਰ ਵਾਸਤੇ ਪਾਸੇ ਰੱਖ ਕੇ ਤਾਂ ਫਿਰ ਜਾਣਾ ਚਾਹੀਦਾ। ਪਰ ਸ਼ਾਇਦ ਪ੍ਰੋਟੋਕੋਲ ਦੀ ਗੱਲ, ਪਰ ਉਦੋਂ ਪਹਿਲਾਂ ਅਗਰ ਨਜ਼ਰ ਮਾਰੀਏ, ਹੁਣ ਕਹਿੰਦੇ ਅਸੀਂ ਕਹਿੰਦੇ ਕੀਤਾ ਇਹ ਮਤਾ ਪਾਸ ਕੀਤਾ, ਸ਼ਾਇਦ ਹੁਣ ਕੀਤਾ ਹੁਣ, ਪਰ ਉਦੋਂ ਪਹਿਲਾਂ ਅਗਰ ਨਜ਼ਰ ਮਾਰੀਏ ਤਾਂ ਕੋਈ ਵੀ VIP ਜਾਂਦਾ ਉੱਥੇ ਤਾਂ ਇਹੀ ਹਾਲ ਤਕਰੀਬਨ ਹੁੰਦਾ ਸੀਗਾ। ਅਤੇ ਹੁਣ ਭਗਵੰਤ ਮਾਨ ਦੀ ਥੋੜ੍ਹੀ ਜਿਹੀ ਜ਼ਿਆਦਾ ਪ੍ਰੋਬਲਮ ਆਈ ਆ, ਅਤੇ ਦੇਖੋ ਹੁਣ ਕੀ ਐਕਸ਼ਨ ਉਕਸ਼ਨ ਵੀ ਲੈਂਦੇ ਆ ਕੋਈ ਜਾਂ ਕੀ ਕਰਦੇ ਆ। ਪਰ ਦੋਨੋਂ ਪੱਖ ਹੀ ਠੀਕ ਨੇ ਕਿ ਜਦੋਂ ਪਹਿਲਾਂ ਵੀ ਕੋਈ VIP ਆਉਂਦਾ ਅਤੇ ਉਦੋਂ ਵੀ ਭਾਈ ਇਹੀ ਹਾਲ ਹੁੰਦਾ। ਇੱਕ ਵੀਡੀਓ ਦੇ ਵਿੱਚ ਤਾਂ ਦੇਖ ਰਹੇ ਸੀਗੇ, ਤੁਸੀਂ ਵੀ ਦੇਖਿਆ ਹੋਣਾ, ਕਾਫੀ VIP ਜਦੋਂ ਜਾਂਦੇ ਨੇ ਤਾਂ ਪੂਰੀ ਹਿਲਜੁਲ ਅੰਦਰ ਵੀ ਮਚ ਜਾਂਦੀ ਹੈ ਧਾਰਮਿਕ ਸਥਾਨ ਦੇ ਅੰਦਰ। ਪਰ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਜੀ ਆਪਣੇ ਵੱਲੋਂ ਅਤੇ ਸਾਰੀਆਂ ਸੰਗਤਾਂ ਵੱਲੋਂ ਖਾਸ ਤੌਰ 'ਤੇ ਵੀ ਜੇ ਕੋਈ VIP ਜਾਂਦਾ ਅਤੇ ਥੋੜ੍ਹੀ ਦੇਰ ਵਾਸਤੇ ਭਾਈ VIP ਪੁਣਾ ਜਿਹੜਾ ਆਪਣਾ ਹੈਗਾ ਉਹ ਆਸੇ ਪਾਸੇ ਰੱਖ ਕੇ ਬਾਹਰ ਕਿਤੇ ਗੇਟ 'ਤੇ ਫਿਰ ਮੱਥਾ ਟੇਕ ਕੇ ਅਤੇ ਫਿਰ ਆ ਜਾਓ। ਅਤੇ ਜਾਂ ਫਿਰ ਇੱਕ ਕਿਸੇ ਦੀ ਮੈਂ ਸੋਸ਼ਲ ਮੀਡੀਆ 'ਤੇ ਗੱਲ ਪੜ੍ਹਦਾ ਸੀਗਾ, ਉਹ ਵੀ ਗੱਲ ਚੰਗੀ ਆ। ਤੜਕੇ ਜੇ ਰਸ਼ ਘੱਟ ਹੁੰਦਾ 3-4 ਵਜੇ ਜਾਓ, ਨਾਲੇ ਤਸੱਲੀ ਦੇ ਨਾਲ ਪਹਿਲਾ ਪੈਰ ਹੁੰਦਾ ਔਰ ਬੜਾ ਵਧੀਆ ਮਾਹੌਲ ਹੁੰਦਾ ਤੜਕੇ ਔਰ ਉਦੋਂ ਮੱਥਾ ਟੇਕ ਲਓ, ਉਦੋਂ ਰਸ਼ ਵੀ ਨਹੀਂ ਹੁੰਦਾ ਅਤੇ ਉਦੋਂ ਕੋਈ ਇੱਦਾਂ ਦੀ ਗੱਲ ਵੀ ਨਹੀਂ ਹੁੰਦੀ। ਚਲੋ ਇਹ ਕਾਫੀ ਚਰਚਾ ਦੇ ਵਿੱਚ ਗੱਲਾਂ ਬਾਤਾਂ ਹੈਗੀਆਂ ਨੇ ਪੰਜਾਬ ਦੇ ਵਿੱਚ। ਅਤੇ ਦੂਜਾ ਜਿਹੜਾ ਉਹ ਸਿੱਧੂ ਮੂਸੇਵਾਲੇ ਦਾ ਰੌਲਾ ਚੱਲਦਾ ਹੈਗਾ ਉਹਦੇ ਕਾਤਲ ਫੜਨ ਦਾ, ਤਾਂ ਉਹ ਇੱਕ ਕਹਿੰਦੇ ਹੋਰ ਫੜ ਲਿਆ ਬਾਹਰਲੇ ਮੁਲਕ ਦੇ ਵਿੱਚੋਂ, ਜਿਹੜਾ ਸਚਿਨ ਥਾਪਰ ਮੇਲ ਸੀਗਾ, ਅਤੇ ਉਹਨੂੰ ਵੀ ਪੰਜਾਬ ਲਿਆਉਣ ਦੀ ਤਿਆਰੀ ਹੈ। ਅਤੇ ਚਾਰਜ ਸ਼ੀਟ ਜਿਹੜੀ ਬਣੀ ਆ 1840 ਪੰਨਿਆਂ ਦੀ ਮੇਰੇ ਖਿਆਲ ਉਹ ਵੀ ਬਾਹਰ ਆਈ ਆ। ਉਹ ਤੋਂ ਪਤਾ ਲੱਗਦਾ ਵੀ ਕਿਤੇ ਕੀ ਹੈਗਾ, ਕਿਹੜਾ ਇਹ 'ਚ ਰਗੜਿਆ ਜਾਣਾ। ਕਾਫੀ ਚੈਨਲਾਂ ਦੇ ਉੱਪਰ ਉਹ ਵੀ ਵਾਇਰਲ ਹੋ ਰਹੀ ਆ। ਪਰ ਅਸੀਂ ਫਿਰ ਵੀ ਇਹੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਨਸਾਫ ਹੁਣ ਮਿਲ ਜਾਵੇ ਪਰਿਵਾਰ ਨੂੰ, ਅਤੇ ਉਹ ਬੜੀ ਚੰਗੀ ਗੱਲ ਹੈ। ਔਰ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਉਹਨਾਂ ਦਾ ਕੁਛ ਤਾਂ ਸੁਖਾਵਾਂ ਲੰਘੇ। ਵੈਸੇ ਸੁਖਾਵਾਂ ਸਮਾਂ ਕਿੱਥੋਂ ਲੰਘਣਾ ਜਦੋਂ ਇਹੋ ਜਿਹੇ ਮਾਹੌਲ ਦੇ ਵਿੱਚ ਬੰਦਾ ਆਉਂਦਾ, ਅਤੇ ਸਮਾਂ ਸੁਖਾਵਾਂ ਦਾ ਮਤਲਬ ਵੀ ਕੋਈ ਨਹੀਂ। ਔਰ ਹਰ ਵੇਲੇ ਦੁੱਖ ਵੇਲੇ ਵੀ ਅਤੇ ਸੁੱਖ ਵੇਲੇ ਵੀ
ਇੱਕ ਵਾਰੀ ਭਾਵੇਂ ਖੁਸ਼ੀਆਂ ਵੀ ਮਨਾਉਣੀਆਂ ਹੁਣ ਘਰ ਦੇ ਵਿੱਚ ਜਿੰਨੀਆਂ ਮਰਜ਼ੀ, ਤਾਂ ਖੁਸ਼ੀਆਂ ਵੇਲੇ ਵੀ ਇੱਕ ਵਾਰੀ ਤਾਂ ਸਾਰਾ ਟੱਬਰ ਪਹਿਲਾਂ ਬਹਿ ਕੇ ਰੋਂਦਾ। ਇਹੋ ਜਿਹਾ ਮੌਕਾ ਪਰਮਾਤਮਾ ਕਿਸੇ ਦੇ ਨਾ ਲਿਆਵੇ। ਸੋ ਉਹ ਕਾਫੀ ਸਰਗਰਮ, ਉਹ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਜਾਂ ਚੈਨਲਾਂ 'ਤੇ ਕਾਫੀ ਸਰਗਰਮ ਹੈਗਾ ਇਹ ਮਸਲਾ, ਵੀ ਕਾਫੀ ਨੇੜੇ ਕਹਿੰਦੇ ਲੱਗ ਗਏ ਆ। ਔਰ ਉੱਧਰੋਂ ਗੋਲਡੀ ਬਰਾੜ ਕਹਿੰਦੇ ਧਮਕੀਆਂ ਦਿੰਦਾ, ਇੱਥੇ ਕੈਨੇਡਾ 'ਚ ਕਿਤੇ ਹੈ, ਪੰਜਾਬ ਪੁਲਿਸ ਨੂੰ ਵੀ ਅਤੇ ਜੇਲ੍ਹ ਮੰਤਰੀ ਨੂੰ ਵੀ ਸਾਡੇ ਬੰਦਿਆਂ ਨੂੰ ਤੰਗ ਨਾ ਕਰੋ। ਇਹ ਤੋਂ ਸਿੱਧਾ ਸਿੱਧਾ ਹਿਸਾਬ ਇਹ ਲੱਗਦਾ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਉਹਨਾਂ ਨੂੰ ਡਰ ਤਾਂ ਪਿਆ ਹੋਇਆ। ਉਹ ਕੋਸ਼ਿਸ਼ ਕਰਦੇ ਨੇ ਵੀ ਸ਼ਾਇਦ ਇੱਦਾਂ ਹੀ ਕੋਈ ਮਾੜਾ ਮੋਟਾ ਜਿਹੜਾ ਕੰਮ ਸੂਤ ਆ ਜਾਏ, ਪਰ ਸੰਭਾਵਨਾ ਉਹਦੀ ਘੱਟ ਹੈ। ਦਿੱਲੀ ਦੀ ਰਾਜਨੀਤੀ ਪੰਜਾਬ ਦੇ ਨਾਲ ਨਾਲ ਚੱਲਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਉਸੇ ਪਾਰਟੀ ਸਰਕਾਰ ਹੈ, ਅਤੇ ਪੰਜਾਬ 'ਚ ਕੋਈ ਘੰਟੀ ਖੜਕਦੀ ਹੈ ਤਾਂ ਦਿੱਲੀ ਜਾ ਵੱਜਦੀ ਹੈ, ਦਿੱਲੀ ਦੇ ਵਿੱਚ ਖੜਕਦੀ ਉਹਦਾ ਸਿੱਧਾ ਸੰਬੰਧ ਪੰਜਾਬ ਨਾਲ ਮੰਨਿਆ ਜਾਂਦਾ। ਦਿੱਲੀ ਵਿੱਚ ਮਨੀਸ਼ ਸਿਸੋਦੀਆ ਦਾ ਬੜੀ ਰੌਲਾ ਪਿਆ ਹੋਇਆ ਸੀਗਾ, ਅਤੇ ਬੜੇ ਲੋਕ ਇਹ ਕਹਿ ਰਹੇ ਸੀ ਭਾਈ ਸਾਡਾ ਤੁਹਾਡਾ ਕੁੱਤਾ ਟੌਮੀ, ਤੁਹਾਡਾ ਕੁੱਤਾ ਟੌਮੀ, ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ, ਵੀ ਕਹਿ ਰਹੇ ਸੀ ਵੀ ਸਾਡੇ ਪੰਜਾਬ 'ਚ ਅਗਰ ਇਹ ਗੱਲ ਹੁੰਦੀ ਹੈ ਤਾਂ ਉਹਨੂੰ ਆਪਾਂ ਕਹਿ ਦਿੰਦੇ ਵੀ ਇਹ ਸਰਕਾਰ ਖਹਿਬਾਜ਼ੀਆਂ ਕਰਦੀ ਆ, ਅਤੇ ਜਦੋਂ ਦਿੱਲੀ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਵੀ ਇਹੀ ਕਹਿੰਦੇ ਆ, ਦਿੱਲੀ ਵਾਲੀ ਉਹ ਸਰਕਾਰ ਵੀ ਇਹੀ ਕਹਿੰਦੀ ਕਿ ਸਰਕਾਰ ਖਹਿਬਾਜ਼ੀਆਂ ਕਰਦੂ। ਹੁਣ ਸੱਚਾ ਕਿਹੜਾ ਇਹ ਨਹੀਂ ਸੀ ਪਤਾ ਲੱਗਦਾ, ਪਰ ਹੁਣ ਅੱਜ ਕਹਿੰਦੇ ਲੋਕਰ ਲੂਕਰ ਖੋਲ੍ਹੇ ਨੇ, ਅੱਜ ਕੇ ਕੱਲ੍ਹ ਖੋਲ੍ਹੇ ਆ ਮਨੀਸ਼ ਸਿਸੋਦੀਆ ਦੇ, ਅਤੇ ਕਹਿੰਦੇ ਕੁਛ ਨਿਕਲੇ ਨੇ ਵਿੱਚੋਂ 70-80 ਹਜ਼ਾਰ ਦੇ ਗਹਿਣੇ ਗੁਣੇ ਜਿਹੇ ਨਿਕਲੇ ਬੜੇ ਮੋਟੇ, ਕਹਿੰਦੇ ਹੋਰ ਕੁਛ ਉੱਥੋਂ ਨਿਕਲੇ ਲੱਭਾ ਹੀ ਨਹੀਂ ਉਹਨਾਂ ਨੂੰ। ਅਤੇ ਉਹ ਇਹ ਵੀ ਕਾਫੀ ਚਰਚਾ ਦੇ ਵਿੱਚ ਹੈਗਾ, ਅਤੇ ਉਹ ਤਾਂ ਕਹਿੰਦੇ ਜੀ ਮੋਦੀ ਸਾਹਿਬ ਦੀ ਕੋਸ਼ਿਸ਼ ਪੂਰੀ ਸੀ, ਸ਼ਰੇਆਮ ਕਹਿੰਦੇ ਨੇ ਵੀ ਮੇਰੀ ਬਾਂਹ ਮਰੋੜੀ ਉਹਨਾਂ ਨੇ ਕਿ ਭਾਈ ਆ ਜਾ ਇੱਧਰ ਨੂੰ। ਅਤੇ ਦੂਜੀ ਗੱਲ ਇਹ ਕਹਿੰਦੇ ਵੀ ਉਹ ਕਹਿੰਦੇ ਸੀ ਵੀ ਯਾਰ ਕਿਸੇ ਨਾ ਕਿਸੇ ਤਰੀਕੇ ਆਖੇ 2-2.5 ਮਹੀਨੇ ਹੀ ਸਿੱਟੋ, ਭਾਵੇਂ ਜੇਲ੍ਹ 'ਚ ਇਹਨੂੰ ਜੇਲ੍ਹ ਤਾਂ ਸਿੱਟੋ, ਪਰ ਉਹ ਹਜੇ ਉਹ ਗੱਲ ਬਣੀ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਪਾਸੇ ਕੰਮ ਹੋ ਜਾਂਦਾ ਤਾਂ ਵੱਖਰੀ ਗੱਲ ਹੈ। ਅਤੇ ਨਾਲ ਦੀ ਨਾਲ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਕਮਾਲ ਦੀ ਗੱਲ ਹੈ, ਬੜੀ ਸਰਗਰਮ ਹੋ ਰਹੀ ਹੈ। ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹ ਫਾਇਦਾ ਕਿੰਨਾ ਕੁ ਹੁੰਦਾ। ਪਰ ਇੱਕ ਵਾਰ ਤਾਂ ਉਹਨਾਂ ਨੇ ਜੀ ਦੇਖੋ ਸਰਗਰਮੀ ਪੂਰੀ ਫੜ ਲਈ ਹੈ, ਕੋਈ ਨਾ ਕੋਈ ਸੈਂਟਰ ਦਾ ਨੇਤਾ ਪੰਜਾਬ ਦੇ ਵਿੱਚ ਆਇਆ ਰਹਿੰਦਾ। ਹੁਣ ਆ ਗਜਿੰਦਰ ਸਿੰਘ ਸ਼ੇਖਾਵਤ ਆਏ ਹੋਏ ਸੀ, ਉਹ ਕਿਤੇ ਵੱਡਾ ਫੇਰ ਬਦਲ ਕਰਨਾ। ਨਾਲ ਦੀ ਨਾਲ ਜਦੋਂ ਮੋਦੀ ਸਾਹਿਬ ਆਏ ਸੀਗੇ ਉੱਥੇ ਮੁੱਲਾਂਪੁਰ, ਜਦੋਂ ਹੌਸਪੀਟਲ ਦਾ ਉਦਘਾਟਨ ਕਰਨਾ ਸੀ, ਅਤੇ ਉਦੋਂ ਕਹਿੰਦੇ ਆਏ ਸਰਕਾਰੀ ਖਰਚੇ ਦੇ ਸੀ, ਪਰ 40 ਕੁ ਮਿੰਟ ਉਹਨਾਂ ਨੇ ਆਪਣੇ ਬੀਜੇਪੀ ਦੇ ਜਿਹੜੇ ਲੀਡਰ ਸੀ ਵਿੱਚ ਕਾਂਗਰਸ ਵੱਲ ਗਏ, ਸਾਰਿਆਂ ਨਾਲ ਕੀਤੀ ਅੰਦਰ ਗੁਪਤ ਮੀਟਿੰਗ, ਕੋਈ ਕੰਨ ਦੇ ਵਿੱਚ ਨੁਸਖਾ ਵੀ ਦੱਸਿਆ ਵੀ ਭਾਈ ਆਹ ਕੰਮ ਕਰੋ। ਨੁਸਖੇ ਉਹਦੇ ਬਹੁਤ ਵਧੀਆ ਹੁੰਦੇ ਆ, ਰਾਜਨੀਤੀ ਦਾ ਚੰਗਾ ਵੈਦ ਆ ਮੋਦੀ ਸਾਹਿਬ, ਚੰਗੇ ਵੈਦ ਨੇ। ਕਿਉਂਕਿ ਪਿਛਲੀਆਂ ਇਲੈਕਸ਼ਨ ਦੀ ਜਿਹੜੀ ਗੱਲ ਪਤਾ ਲੱਗੀ ਸੀ, ਜਦੋਂ ਮੋਦੀ ਸਾਹਿਬ ਹੁਣ ਦੁਬਾਰਾ ਪ੍ਰਧਾਨ ਮੰਤਰੀ ਬਣੇ ਆ, ਅਤੇ ਨੁਸਖਾ ਉਹਨਾਂ ਦਾ ਉਦੋਂ ਕੰਮ ਆਇਆ ਸੀ। ਉਦੋਂ ਕਹਿੰਦੇ ਵੀ 2.5 ਸਾਲ ਪਹਿਲਾਂ ਵੋਟਾਂ ਤੋਂ ਉਹਨਾਂ ਨੇ ਸਾਰੇ MP ਇਕੱਠੇ ਕਰ ਲਏ ਆਪਣੇ, ਕਿਸੇ ਵੀ ਸਟੇਟ ਜਿੰਨੇ ਮੈਂਬਰ ਪਾਰਲੀਮੈਂਟ ਸੀਗੇ ਸਾਰੇ ਇਕੱਠੇ ਕਰ ਲਏ, ਦਿੱਲੀ ਬੁਲਾ ਲਏ, ਅਤੇ ਨਾਲੇ ਤਾਂ ਰੋਟੀ ਖਵਾਈ, ਉਹਨੂੰ ਵਾਹਵਾ ਸੋਹਣੀ ਸੇਵਾ ਸੁਵਾ ਕੀਤੀ, ਅਤੇ ਨਾਲੇ ਉਹਨਾਂ ਨੂੰ ਕਹਿੰਦੇ ਵੀ ਭਾਈ ਗੱਲ ਸੁਣ ਲਓ ਕੰਨ ਖੋਲ੍ਹ ਕੇ, ਅਤੇ ਜੇ ਅੱਜ ਵੋਟਾਂ ਹੋ ਜਾਣ ਭਾਰਤ ਦੇ ਵਿੱਚ, ਤਾਂ ਆਪਾਂ ਨੂੰ 60 ਸੀਟਾਂ ਨਹੀਂ ਆਉਣੀਆਂ, ਹੁਣ ਆਪਣੇ ਕੋਲ 200 ਇੰਨੀਆਂ ਨੇ, ਅਤੇ ਭਾਈ ਜਾ ਕੇ 2.5 ਸਾਲ ਤੁਹਾਡੇ ਕੋਲ ਹੈਗੇ ਆ, ਕੰਮ ਕੁਮ ਕਰੋ ਬੰਦਿਆਂ ਵਾਂਗੂ, ਫੇਰ ਨਾ ਕਿ ਉਹ ਵੀ ਟਿਕਟ ਕੱਟੀ ਗਈ। ਅਤੇ 2.5 ਸਾਲ ਪਹਿਲਾਂ ਹੀ ਜਿਹੜਾ ਉਹ ਨੁਸਖਾ ਉਹਨੇ ਦੇ ਦਿੱਤਾ, ਅਤੇ ਉਹ ਕੰਮ ਆ ਗਿਆ, ਅਤੇ ਉਸ ਤੋਂ ਬਾਅਦ ਹੁਣ 303 ਸੀਟਾਂ ਲਈ ਬੈਠੇ ਆ। ਅਤੇ ਇੱਦਾਂ ਹੀ ਹੁਣ ਪੰਜਾਬ ਦਾ ਹੀ ਨੁਸਖਾ ਦਿੱਤਾ, 1-2 ਨੂੰ ਤਾਂ ਉਹਨਾਂ ਨੇ ਕਹਿੰਦੇ ਗੁੱਟ ਫੜ ਕੇ ਵੀ ਇੱਦਾਂ ਕਿਹਾ ਵੀ ਤਿਆਰੀ ਖਿੱਚ ਲਓ, ਕੰਮ ਕਰਨਾ ਕੰਮ ਕਰਨਾ ਕੰਮ ਕਰਨਾ। ਤੁਹਾਨੂੰ ਨੁਸਖਾ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਚੱਲਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਕ ਵਾਰੀ ਤਾਂ ਸਰਗਰਮੀ ਜਿਹੜੀ ਆ ਉਹਨਾਂ ਦੀ ਕਾਫੀ ਵੱਧ ਗਈ ਆ। ਅੱਛਾ, ਇੱਕ ਹੋਰ ਪੰਜਾਬੀਆਂ ਵਾਸਤੇ ਖੁਸ਼ਖਬਰੀ ਦੀ ਗੱਲ ਹੀ ਮੈਂ ਕਹਿ ਸਕਦਾ, ਖੁਸ਼ਖਬਰੀ ਦੀ ਗੱਲ ਵੀ ਹੈ। ਕਈ ਜਿਹੜੇ ਮੇਰੇ ਅੱਗੇ ਹਲਕੇ ਦਿਲ ਵਾਲੇ ਆ ਤਾਂ ਉਹ ਕਹਿਣਗੇ ਅੱਛਾ ਇਹ ਕਿੱਥੋਂ ਪੰਗਾ ਆ ਗਿਆ ਨਵਾਂ। ਹੁਣ ਆਪਾਂ ਇੰਡੀਆ ਜਾਂਦੇ ਹਾਂ ਜੀ, ਪਹਿਲਾਂ ਟੁੱਟਵੀਂ ਫਲਾਈਟ ਹੁੰਦੀ ਸੀ, ਫਿਰ ਸਸਤੀ ਜਿਹੜੀ ਆਪਾਂ ਦੇਖਦੇ ਸੀ ਮੇਰੇ ਅੱਗੇ, ਉਹ ਵੀ ਟੁੱਟਵੀਂ ਦੇਖ ਲਈ, ਤਾਈਵਾਨ ਦੀ ਲੈ ਲਈ, ਕਿਸੇ ਨੇ ਚਾਈਨਾ ਦੀ ਲੈ ਲਈ, ਕਿਸੇ ਨੇ ਉੱਧਰ ਦੀ ਲੈ ਲਈ, ਕਿਸੇ ਨੇ ਇੱਧਰ ਦੀ ਲੈ ਲਈ, ਵੀ ਚੱਲ ਭਾਈ ਸਸਤੀ ਪੈਂਦੀ ਹੈ, ਸਸਤੀ ਪੈਂਦੀ ਵੀ ਸੀ, ਅਤੇ ਟਾਈਮ ਵਾਹਵਾ ਲੱਗ ਜਾਂਦਾ ਸੀ। ਇੰਗਲੈਂਡ ਵੱਲ ਦੀ ਟਾਈਮ ਥੋੜ੍ਹਾ ਘੱਟ ਲੱਗਦਾ ਸੀ, ਸਟੇ ਘੱਟ ਹੁੰਦਾ ਸੀਗਾ, ਅਤੇ ਵਾਹਵਾ ਸੀਗਾ। ਅਤੇ ਫਿਰ ਉਦੋਂ ਬਾਅਦ ਏਅਰਲਾਈਨ ਆਪਣੀ ਏਅਰ ਇੰਡੀਆ ਨੇ ਵੀ, ਅਤੇ ਇੱਕ ਯੂਨਾਈਟਡ ਨੇ ਵੀ ਸੁੱਖ ਨਾਲ ਜਿਉਂਦੀਆਂ ਸਿੱਧੀਆਂ ਫਲਾਈਟਾਂ ਸ਼ੁਰੂ ਕੀਤੀਆਂ ਇੰਡੀਆ ਨੂੰ, ਅਤੇ ਉਹਦੇ ਨਜ਼ਾਰੇ ਵੱਜੇ ਪਏ ਆ। ਸਿੱਧਾ ਇੱਥੋਂ ਸੈਨ ਫਰਾਂਸਿਸਕੋ ਬੈਠੋ, ਸਿੱਧਾ LA ਤੋਂ ਬੈਠੋ, ਸਿੱਧੇ ਨਿਊਯਾਰਕ ਤੋਂ ਬੈਠੋ, ਅਤੇ ਠਾਹ ਦੇਣੀ ਇੰਡੀਆ। ਉਤਰੋ ਭਾਈ, ਜਿਹੜੇ ਪੈਗ ਪੁਗ ਲਾਉਣ ਵਾਲੇ ਪੈਗ ਲਾ ਕੇ ਸੌਂ ਜਾਂਦੇ ਸੀਗੇ, ਅਤੇ ਬਾਕੀ ਚਲੋ ਬੈਠੇ ਰਹਿੰਦੇ ਸੀ। ਚਲੋ ਇੱਥੋਂ ਤੱਕ ਵੀ ਠੀਕ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੀ ਕਹਿੰਦੇ ਸਫ਼ਰ ਅੱਧਾ ਰਹਿ ਜੂਗਾ। ਅੱਧਾ ਕਿਵੇਂ ਰਹਿ ਜੂ? ਹੁਣ ਪਹਿਲਾਂ ਤਾਂ ਕਹਿੰਦੇ ਹੁੰਦੇ ਨੇ ਵੀ ਕੋਈ ਗੱਡੀ
हौली चलाਉਂਦਾ ਸੀ ਤਾਂ ਉਹਨੂੰ ਕਹਿੰਦੇ ਯਾਰ ਤੇਜ਼ ਕਰ ਲਓ, ਕਹਿੰਦਾ ਹੁਣ ਮੈਨੂੰ ਜਹਾਜ਼ ਬਣਾ ਲਵਾਂ। ਹੁਣ ਜਹਾਜ਼ ਨੂੰ ਕੀ ਬਣਾਉਣਗੇ ਅੱਗੇ? बड़ी कमाल की खबर जी है सामने आई आ। एक अमेरिका की कंपनी है जी, उन्होंने जहाज़ जरा कॉन्कॉर्ड कंपनी जी जट बनाती कॉन्कॉर्ड, सन ऑफ कॉन्कॉर्ड, इतने शहर भी आ, वो एक ऐसे जैट तैयार कर रहे हैं। ऑर्डर देता आ जाने छेती, 1300 मील प्रति घंटा, लगभग 1800 किलोमीटर प्रति घंटे की रफ्तार ना वो चलणगे तो शूं करके ऐ नहीं जो हम पिंडों के जहाज लंघते लड़ाई वाले शूं करके कोल दी लंघ जाती तो शूं करके लंघणगे तो वो स्पीड जी हैगी जो इन्नी ज़्यादा स्पीड होगी तो आपे टाइम घट लगना। तो आप बाहली गल ना करिए, इंडिया की गल कर लीए भी इंडिया हुण लगते हैं 15-16 घंटे सन फ्रांसिस्को तो भी तो न्यूयॉर्क तो भी। फिर भाई टाइम कितना लग्या करूगा? 6 घंटे, लगभग 2.5 गुणा घट टाइम लगूगा 6 घंटिया बैठे तो उतरे। वो कहते जी ये तां तैयार किया भी जो जैट लैग होंदा ना अपने लगता आम तौर पर होंदा भी इधरों उधर गए तो उधर नींद का टाइम बिगड़ जाता, उधरों इधर है तो टाइम का बिगड़ जाता। तो हुण भाई वो कहते थोड़ा खत्म कर देना। तो आने वाले दिनों के लोग ऐं गल्लां करया करनगे भी कदे भाई जाईदा सी इंडिया नूं जां इंडिया तो आईदा सी तो 3-3 4-4 दिन जैट लैग जिहड़ा वो रहिंदा सीगा, बेआरामी रहिंदी सी, काम ते जा नहीं सी हुंदा। तो वो चीज़ ना ही खत्म कर दूगे। हजे 20 इन्होंने ऑर्डर किए ने, अमेरिका ने 20 ऑर्डर किए जैट जहाज़, तो 40 कहते असीं होर कर देने भाई। तो 40 जो करते तो अच्छा म्यामी तो लंडन होण लगते हैं लगभग बहुत सारा टाइम लगता है। म्यामी लंडन तो म्यामी 8 घंटे 45 मिनट लगते हैं, फिर कहते 4 घंटे 18 दिन उत्थे पहुँच जाओगे। तो ये यात्री जिहड़े इच बहणगे वो 65 तो लैके 80 तक बहणगे बस, पर सारिया सीटां ही बिजनस क्लास होणगियां। आम जी कैटागरी वो बिल्कुल खत्म है, इक्को जिहियां सारिया सीटां होणगियां तो सुख नाल किराया भी फिर उस हिसाब नाल होऊगा। पर जिथे हुण 6 घंटे जे इंडिया पहुँचते आपां तो वो हिसाब ला लो भी बंदा आपे ही सोचदा भी यार इदू वधिया गल किहड़ी हो सकती आ। सो भाई वेट करो इहदी, पर इहदा पंगा जिहड़ा पैना कई मेरे वर्गे तो जिहड़े हुण आम जहाज़ दे विच भी बहिंदे ने तो वो भी घुट के फड़ लैंदे, जहाज़ चढ़न लग जाए उतरन लगदा तो एकदम तो घुट के जहाज़ फड़ लैंदे आ। वो छोटे दिल वालों शायद गल औखी लगे भी भाई एकदम जो राकेट वांगू चढ़ना जहाज़ तो डर भी बड़ा लगूगा, हो सकता है। पर नहीं, ये टैक्नीक जी है, एक टैक्नीक का अगला पक्ष जोड़ा अगला वर्जन जोड़ा वो सानू नज़र आ रहा इस जहाज़ दे विच। सो उड़ीक करते हैं जी, उड़ीक करते तो उस तो बाद जो जहाज़ आ गए तो फिर भाई महंगी हुई सस्ती हुई, पंजाबियों नूं पैसे धेले तो कोई प्रॉब्लम है नहीं। पर यह है भी जिन्होंने इंजॉय करते जाना होंगे अगला कहूगा यार इन्होंने 6 घंटे च लाना, पर 6 घंटे सानू हिसाब ला लो दिल्लियों अगर असीं किते भी जाना जां अमृतसरों किते भी जाना तो कितना टाइम लग जाता। ये अमेरिका तो इंडिया 6 घंटे दे विच फ्लाइट लाऊगी आने वाले समय दे विच। चलो ये तो जो फ्लाइट लाऊगी तो आप ब्रेक लै लें, ब्रेक तो बाद फिर तुहाड़ियां कालां दा सिलसिला शुरू कर लांगे। नाल दी नाल 2 खबरां हैगियां ने अजीबो गरीब जियां वो भी साझियां करांगे, पर फिलहाल ब्रेक लैंदे देखते रहो जस पंजाबी। हाज़र जी ब्रेक तो बाद एक बार फिर तो नाल दी नाल कालां वाल जाण तो पहला कालां नाल चलांगे, छेती आउणियां शुरू हो गईयां तो खबरां 1-2 बड़ियां अजीबो गरीब जियां वो तुहाडे नाल साझियां करके फिर आपां कालां वाले पासे चलदे हां। एक फिल्म दे विच सी गीत किसी दे बाप बड़ा ना भैया सबसे बड़ा रुपया, और आम तौर पर भी असीं देखिए कि पैसे पिछे अजकल तकरीबन हर चीज़ कमर्शलाइज हो गई है। रिश्ते भी कमर्शलाइज हो गए, किसी नूं किसी तक काम पैंदा तो उन्होंने मिलते वरतते, नहीं काम पैंदा तो कोई बड़ा मिलता वरतदा भी अजकल है नहीं। सिस्टम इहो जिहा बन गया, माहौल इहो जिहा बन गया। पर वाकई एक खबर हैगी आ नॉटिंघम दी, उन्हें सिद्ध करता भी वाकई बाप बड़ा ना भैया ना चाचा ना ताया, सब तो बड़ा रुपया है। कोई रिश्ता रुपये अगे नहीं खड़दा। खबर है जी कोई लिव इन रिलेशन दे विच रहिंदे सी मुंडा ते कुड़ी, लॉन्ग हाइल्स शहर पैंदा है ते लिव इन रिलेशन जिवें हुंदा पता ही आपां नूं, ब्याह बू नहीं कराया हुंदा उदा कट्ठे कुट्ठे रही जांदे। इधरले मुल्कां 'च तां वाहवा रवाज आ उहदा भी जदों दिल कीता फिर तलाक लैण दी लोड़ नहीं पैंदी, आपो अपना घर अड्ड लै लो तो कम सौखा। कोई मुंडा कुड़ी रहिंदे सी ते उन्होंने लाटरी पाती कट्ठे, लाटरी जो पाती तो तय होया भी भाई देखो आप फिर उस बाद ब्याह करावांगे, ब्याह करा के आप
ਪੈਸੇ ਅੱਧੇ ਅੱਧੇ ਕਰਕੇ ਘਰ ਲੈ ਲਾਂਗੇ, ਮਤਲਬ ਪਹਿਲਾਂ ਜਿਵੇਂ ਸਕੀਮਾਂ ਬੰਦਾ ਲਾਉਂਦਾ ਹੁੰਦਾ ਉਹ ਲਾਟਰੀ ਹਰ ਮਹੀਨੇ ਪਾਉਂਦੇ ਹੋ, ਇੱਕ ਮਹੀਨੇ ਨਹੀਂ ਹਰ ਮਹੀਨੇ ਸ਼ੁਰੂ ਤੋਂ ਲਾਟਰੀ ਪਾਉਣ ਦੀ ਆਸ ਸੀ, ਪਰ ਨਿਕਲ ਆਈ। ਹੋਇਆ ਕਿ ਲਾਟਰੀ ਨਿਕਲ ਆਈ, ਨਾਂ ਸੀ ਬੰਦੇ ਦਾ ਕਿਰਕ ਸਟੀਵਨਸ, ਤੇ ਨਾਲ ਕੁੜੀ ਦੀ ਲਾਟਰੀ ਨਿਕਲ ਆਈ ਕਿੰਨੇ ਦੀ 34 ਕਰੋੜ ਦੀ। ਚਲੋ ਜੀ ਬਹਿ ਜਾ ਹੋ ਗਈ। ਤੇ ਜਿਵੇਂ ਆਪਾਂ ਆਮ ਤੌਰ 'ਤੇ ਘਰਾਂ ਦੇ ਵਿੱਚ ਵੀ ਇਹ ਹੁੰਦਾ, ਤੇ ਕੋਈ ਵੀ ਗੱਲ ਆ ਤਾਂ ਘਰਲੀ ਨੂੰ ਫੜਾ ਦੀਦਾ, ਕੋਈ ਚੀਜ਼ ਹੋਵੇ ਘਰ ਨੂੰ ਫੜਾ ਦੀ, ਰੱਖ ਲਈ ਸਾਂਭ ਕੇ, ਜਦੋਂ ਲੋੜ ਪਈ ਲੈ ਲਾਂਗੇ। ਪਿੰਡਾਂ ਦੇ ਵਿੱਚ ਅਸੀਂ ਰਜਿਸਟਰੀਆਂ ਵੀ ਘਰ ਘੁਰ ਦੀਆਂ ਜਾਂ ਕਿਸੇ ਚੀਜ਼ ਦੀਆਂ ਵਾਈਫ ਦੇ ਨਾਂ ਲੇਡੀਜ਼ ਦੇ ਨਾਂ ਕਰਾਉਣੇ ਆ, ਪੈਸੇ ਘੱਟ ਲੱਗਦੇ ਆ। ਤੇ ਇੱਦਾਂ ਹੀ ਉਹਨੇ ਬੰਦੇ ਨੇ ਉਹਨੂੰ ਕਿਹਾ ਲਾਟਰੀ ਦੀ ਟਿਕਟ ਜੋ ਲਈ ਵੀ ਆ, ਲੈ ਟਿਕਟ ਰੱਖ ਲਾ ਪਰਸ ਦੇ ਵਿੱਚ, ਚਲੋ ਦੇਖਾਂਗੇ। ਰੱਬ ਦੀ ਕਰਨੀ 34 ਕਰੋੜ ਦੀ ਲਾਟਰੀ ਨਿਕਲ ਗਈ। ਤੇ ਉਸ ਤੋਂ ਬਾਅਦ ਸਣੇ ਟਿਕਟ ਉਹ ਬੀਬੀ ਨਹੀਂ ਲੱਭੀ, ਸਣੇ ਟਿਕਟ ਉਹ ਬੰਦਾ ਕਹਿੰਦਾ ਮੇਰੇ ਨਾਲ ਧੋਖਾ ਕਰ ਗਈ, ਤੇ 34 ਕਰੋੜ ਉਹ ਇਕੱਲੀ ਸਾਂਭ ਕੇ ਬਹਿ ਗਈ। ਇੱਧਰ ਪਾਉਂਡਾਂ ਦੇ ਵਿੱਚ ਨਿਕਲੀ ਹੋਊਗੀ ਲਾਟਰੀ, ਤੇ ਉਹ ਵਿਚਾਰਾ ਪਿੱਟਦਾ ਵੀ ਭਾਈ ਮੇਰੇ ਨਾਲ ਧੋਖਾ ਕਰ ਗਈ ਆ। ਸੋ ਭਾਈ ਇਹ ਹੁਣ ਇਹਦੇ 'ਤੇ ਕੁਝ ਨਹੀਂ ਕਹਿ ਸਕਦੇ, ਵਿਸ਼ਵਾਸ ਤਾਂ ਕਰਨਾ ਹੀ ਪੈਂਦਾ। ਹੁਣ ਜ਼ਰੂਰੀ ਨਹੀਂ ਕਿ ਸਾਰੇ ਇੱਦਾਂ ਕਰਦੇ ਨੇ, ਪਰ ਉਹ ਬੀਬੀ ਜਿਹੜੀ ਸੀ ਉਹਦੇ ਨਾਲ ਦੀ ਉਹ 34 ਕਰੋੜ ਸਾਂਭ ਕੇ ਬਹਿ ਗਈ ਇਕੱਲੀ। ਫਿਰ ਕਹਿੰਦੀ ਵੀ ਤੂੰ ਕੌਣ ਤੇ ਮੈਂ ਕੌਣ, ਤਾਂ ਫੋਨ ਵੀ ਉਹਦਾ ਚੱਕਣਾ ਬੰਦ ਕਰ ਦਿੱਤਾ, ਤੇ ਆਪਣਾ ਵਧੀਆ ਜ਼ਿੰਦਗੀ ਜਿਹੜੀ ਐਸ਼ੋ ਆਰਾਮ ਦੀ ਜੀ ਰਹੀ ਉਹ। ਅੱਛਾ ਜੀ, ਇੱਕ ਸ਼ੌਕ ਹੁੰਦਾ ਹਰ ਬੰਦੇ ਨੂੰ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਆਉਂਦੇ ਨੇ ਬੰਦੇ। ਇੱਕ ਇਹ ਮਾਡਲ ਹੈ ਯੂਕਰੇਨ ਦੀ, ਨਾਮ ਬੜਾ ਕਸੂਤਾ ਜਿਹਾ ਇਹਦਾ ਹੈਗਾ, ਮਨਸਤਾਸੀਆ ਪੋਖਰੇਸੂਚਕ, ਇੱਦਾਂ ਨਾਮ ਹੈ ਕਸੂਤਾ ਜਿਹਾ। ਤੇ ਇਹ ਮਾਡਲ ਹੈਗੀ ਹੈ, ਪਰ ਇਹਨੂੰ ਵੀ ਸਮੇਂ ਸਮੇਂ 'ਤੇ ਕੋਈ ਨਾ ਕੋਈ ਪੰਗਾ ਲੈਣ ਦੀ ਆਦਤ ਹੈ। ਪੰਗਾ ਕਦੋਂ ਲੈਂਦੀ ਹੈ? ਚਰਚਾ ਵਿੱਚ ਆਉਣ ਵਾਸਤੇ, ਆਪਣੇ ਸਰੀਰ ਨਾਲ ਛੇੜਛਾੜ ਕਰਦੀ ਹੈ। ਪਿੱਛੇ ਜੇ ਉਹਨੂੰ ਹੋਇਆ ਪਲਾਸਟਿਕ ਸਰਜਰੀ ਕਰਾ ਕੇ, ਤੇ ਉਹਨੇ ਆਪਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ 'ਚ ਰਸਗੁੱਲੇ ਫਿੱਟ ਕਰਾ ਲਏ। ਰਸਗੁੱਲੇ ਕੀ ਫਿੱਟ ਕਰਾਉਣੇ, ਕਹਿਣ ਤੋਂ ਭਾਵ ਇਹ ਹੈ ਵੀ ਆਹ ਪਲਾਸਟਿਕ ਸਰਜਰੀ ਕਰਾ ਕੇ ਉੱਦਾਂ ਦੇਖੋ ਕਿੰਨੀ ਸੋਹਣੀ ਆ, ਫੋਨ ਨਾਲ ਫੋਟੋ ਖਿੱਚਦੀ ਆਪਣੀ, ਤੇ ਪਲਾਸਟਿਕ ਸਰਜਰੀ ਕਰਾ ਕੇ ਇੱਦਾਂ ਦੀ ਹੋ ਗਈ, ਉਹ ਇੱਦਾਂ ਦੀਆਂ ਉਹਨੇ ਗੱਲਾਂ ਕਰਾ ਲਈਆਂ, ਸਿਰਫ ਇਸ ਕਰਕੇ ਚਰਚਾ 'ਚ ਰਹਿਣ ਵਾਸਤੇ ਕਿ ਮੈਂ ਚਰਚਾ ਦੇ ਵਿੱਚ ਰਵਾਂ। ਤਾਂ ਅੱਛਾ ਇੱਥੇ ਹੀ ਬਸ ਨਹੀਂ ਹੋਈ, ਉਦੋਂ ਬਾਅਦ ਇਹਨੂੰ ਪਤਾ ਨਹੀਂ ਕੀ ਸੁਝਿਆ। ਮੈਂ ਪਿੱਛੇ ਜਿਹੇ ਵੀ ਫੋਟੋ ਦਿਖਾਈ ਸੀ, ਮੇਰੇ ਖਿਆਲ ਸ਼ੁੱਕਰਵਾਰ ਦਿਖਾਈ ਸੀ, ਇੱਕ ਬੰਦੇ ਨੇ ਨੌਕਰੀ ਤੋਂ ਬੋਰ ਹੋ ਕੇ ਇੱਥੇ ਸਿੰਘ ਸੁੰਗ ਜੇ ਆਪਦੇ ਲਵਾ ਲਏ ਸੀਗੇ, ਟੈਟੂ ਸਾਰੇ ਸਰੀਰ 'ਤੇ ਬਣਵਾ ਲਏ ਸੀ। ਇਹਨੇ ਵੀ ਹੁਣ ਪਹਿਲਾਂ ਆਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਗੱਲਾਂ ਸਭ ਤੋਂ ਵੱਡੀਆਂ ਸੇਬ ਵਰਗੀਆਂ ਜਿਹੜੀਆਂ ਉਹ ਆਈਆਂ ਇਹਦੀਆਂ। ਤੇ ਹੁਣ ਉਦੋਂ ਬਾਅਦ ਇਹਨੇ ਹੁਣ ਕਹਿੰਦੇ ਵੀ ਅੱਜ ਕੱਲ੍ਹ ਨਿੱਕੇ ਨਿੱਕੇ ਸਿੰਘ ਜਿਹੜੇ ਆ ਮੱਥੇ ਦੇ ਵਿੱਚ ਇਹ ਖੁਣਵਾ ਰਹੀ ਆ, ਇਹ ਆਪਣੇ ਲੋਕਾਂ ਵਿੱਚ ਚਰਚਾ ਦੇ ਵਿੱਚ ਰਹਿਣ ਵਾਸਤੇ। ਸੋ ਇਹ ਬੜਾ ਲੋਕਾਂ ਨੂੰ ਸ਼ੌਕ ਹੁੰਦਾ ਆਪੋ ਆਪਣੇ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਵਿੱਚ ਚਰਚਾ ਰਹਿਣ ਦਾ। ਆਪਣੇ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਹੈਗੇ ਨੇ, ਪੁੱਠੀਆਂ ਸਿੱਧੀਆਂ ਫੇਸਬੁੱਕ 'ਤੇ ਪਾ ਕੇ ਉਹਨਾਂ ਚਰਚਾ ਨੇ, 4 ਲੋਕ ਗਾਲਾਂ ਕੱਢਦੇ ਨੇ, 5-7 ਜਿਹੜੇ ਬਲਦੇ ਵੀ ਹੁੰਦੇ ਨੇ, 20, 30, 50, 100 ਗਾਲਾਂ ਕੱਢਦੇ ਨੇ। ਉਹ ਗਾਲਾਂ ਨਾਲ ਹੀ ਉਹ ਬੰਦੇ ਮਸ਼ਹੂਰ ਹੋ ਜਾਂਦੇ ਨੇ। ਔਰ ਚਲੋ ਆਪਾਂ ਗੱਲ ਕਰਨੀ ਨਹੀਂ ਚਾਹੀਦੀ, ਆਪੋ ਆਪਣੀ ਮਰਜ਼ੀ ਹਰ ਬੰਦੇ ਦੀ। ਅਤੇ ਪੰਜਾਬਣ ਕੁੜੀਆਂ ਵੀ ਕਈ ਉੱਤੇ ਆਉਂਦੀਆਂ ਫੇਸਬੁੱਕ 'ਤੇ, ਜਿਹੜੀਆਂ ਕਿ ਲੈਂਗੁਏਜ ਉਹਨਾਂ ਦੀ ਬਿਲਕੁਲ ਹੀ ਸੁਣਨ ਵਾਲੀ ਨਹੀਂ ਹੁੰਦੀ, ਉਹ ਬਹੁਤ ਸਿਰਫ ਵਿਊ ਲੈਣ ਵਾਸਤੇ ਆਪਣੇ ਉਹ ਕੁਛ ਨਾ ਕੁਛ ਕਰਦੀਆਂ ਨੇ। ਸੋ ਇਹਨੂੰ ਵੀ ਇਹ ਸ਼ੌਕ ਹੈ। ਮਿਸਰ ਲੈ ਚੱਲਦੇ ਤੁਹਾਨੂੰ, ਮਿਸਰ ਦੇ ਵਿੱਚ ਮੈਨੂਫੂਆ ਸਟੇਟ ਪੈਂਦੀ, ਉੱਥੇ ਬੜੀ ਅਜੀਬ ਘਟਨਾ ਹੋਈ ਹੈ। ਗੱਲ ਉੱਥੇ ਵੀ ਪਿਆਰ ਵਾਲੀ ਸੀ, ਮੁੰਡਾ ਕੁੜੀ ਸੀ, ਪਿਆਰ ਕਰਦੇ, ਤੇ ਕੁੜੀ ਨੇ ਕਿਹਾ ਵੀ ਮੈਂ ਪੇਪਰ ਦੇ ਲਾਂ ਭਾਈ, ਮੇਰੇ ਪੇਪਰ ਚੱਲਦੇ ਨੇ, ਤੇ ਪੇਪਰਾਂ ਤੋਂ ਬਾਅਦ ਆਪਾਂ ਵਿਆਹ ਕਰਾ ਲਾਂਗੇ। ਚਲੋ ਪੇਪਰ ਸ਼ੁਰੂ ਹੋ ਗਏ, ਪੇਪਰ ਪੈ ਗਏ। ਜਦੋਂ ਰਿਜ਼ਲਟ ਆਇਆ ਕੁੜੀ ਫੇਲ ਹੋ ਗਈ। ਤੇ ਮੁੰਡੇ ਮੰਗੇਤਰ ਸੀ ਜਿਹੜਾ, ਉਹਦਾ ਗੁੱਸੇ 'ਚ ਆ ਗਿਆ ਵੀ ਇਹਨੇ ਤਾਂ ਕਿਹਾ ਸੀ ਮੈਂ ਪਾਸ ਹੋਊਂਗੀ, ਕਰਕੇ ਤਾਂ ਫੇਰ ਕਰਾਊਂਗੀ ਵੀ, ਇਹਨੇ ਹੁਣ ਵਿਆਹ ਨਹੀਂ ਕਰਾਉਣਾ। ਗੁੱਸੇ 'ਚ ਆ ਕੇ ਪਤੰਦਰ ਨੇ ਕੁੜੀ ਨੂੰ ਤਾਂ ਕੀ ਕਹਿਣਾ ਸੀ ਵੀ ਤੂੰ ਤਿਆਰੀ ਕਿਉਂ ਨਹੀਂ ਕੀਤੀ, ਜੇ ਕੋਈ ਟਿਊਸ਼ਨ ਰਖਾਈ ਆ ਉਹਨੂੰ ਤਾਂ ਕੀ ਕਹਿਣਾ ਸੀ ਵੀ ਤੂੰ ਟਿਊਸ਼ਨ ਨਹੀਂ ਵਧੀਆ ਪੜ੍ਹਾਈ। ਜਾ ਕੇ ਸਕੂਲ ਨੂੰ ਅੱਗ ਲਾਤੀ, ਸਕੂਲ ਨੂੰ ਅੱਗ ਲਾ ਕੇ ਸਾਰਾ ਰਿਕਾਰਡ ਜਾਂ ਉਹਨਾਂ ਦਾ ਸਾੜਤਾ। ਇਹ ਵੀ ਖਬਰ ਵਾਹਵਾ ਚਰਚਾ ਦੇ ਵਿੱਚ ਆ ਵੀ ਇਹੋ ਜਿਹੇ ਬੰਦੇ ਵੀ ਦੁਨੀਆ ਦੇ ਵਿੱਚ ਹੁੰਦੇ ਆ। ਇੱਕ ਯੂਪੀ ਦੇ ਵਿੱਚ ਬਜਨੌਰ ਦੀ ਖਬਰ ਆ, ਹਰੀਨਗਰ ਦੀ। ਅਕਸਰ ਆਪਾਂ ਦੇਖਦੇ ਹਾਂ ਘਰਾਂ ਵਿੱਚ ਲੜਾਈ ਕਲੇਸ਼ ਜਿਹਾ ਤਾਂ ਹੁੰਦਾ ਕਈ ਘਰਾਂ ਦੇ ਵਿੱਚ। ਉੱਥੇ ਵੀ ਘਰੇ ਕੋਈ ਵਿਆਹ ਕੇ ਆਈ ਨੌ ਕੁੜੀ ਜਿਹੜੀ ਵਿਆਹ ਕੇ ਆਈ, ਤੇ ਉਹ ਘਰੇ ਲੜਾਈ ਲੜੂਈ ਰਹਿਣ ਲੱਗ ਪਈ, ਤੇ ਘਰੋਂ ਉਹਨੂੰ ਬਾਹਰ ਕੱਢਤਾ। ਉਹਨੇ ਕੇਸ ਪਾ ਤਾ, ਕੇਸ ਚੱਲਿਆ 5 ਸਾਲ, ਤੇ 5 ਸਾਲ ਬਾਅਦ ਕੋਰਟ ਨੇ ਇਹ ਹੁਕਮ ਦੇ ਦਿੱਤਾ ਵੀ ਉਹ ਘਰੋਂ ਕੱਢ ਨਹੀਂ ਸਕਦੇ, ਇੱਦਾਂ ਉਹਨਾਂ ਨੂੰ ਘਰੇ ਰੱਖਣਾ ਪਊ। ਉਹ ਗਈ ਵਿਚਾਰੀ ਘਰੇ,
ਵਕੀਲ ਦੀ ਕੁੜੀ ਸੀ, ਸ਼ੇਰ ਸਿੰਘ ਨਾਂ ਵਕੀਲ ਉਹਦੀ ਕੁੜੀ ਸੀਗੀ ਨੂਤਨ। ਘਰੇ ਗਈ, ਅਫਸਰ ਨਾਲ ਲੈ ਕੇ ਆਪਦੇ ਸਹੁਰੇ ਘਰ, ਤੇ ਉਹਨਾਂ ਨੇ ਕੁੰਡਾ ਨਹੀਂ ਖੋਲ੍ਹਿਆ, ਬੂਹਾ ਬੰਦ ਕਰ ਲਿਆ। ਤੇ ਫਿਰ ਉਹਨੇ ਐਸਾ ਜੁਗਾੜ ਲਾਇਆ, ਉਹਨੇ ਫਿਰ ਮੁੜ ਕੇ ਸਹੁਰੇ ਨੇ ਕੁੰਡਾ ਦਾ ਕੀ, ਉਹ ਤਾਂ ਮੂਹਰੇ ਵਿਛਦੇ ਫਿਰਨ ਵੀ ਆਓ 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 ਆਇਆ ਪੁੱਤ ਆ ਜਾ ਧੀਏ, ਨਾ ਧੀਏ ਨਾ ਧੀਏ ਨਾ ਧੀਏ ਕਰਦੇ ਫਿਰਨ। ਫਿਰ ਕੁੜੀ ਨੇ ਕੀ ਕਰਿਆ, ਉਹ JCB ਮਸ਼ੀਨ ਜਿਹੜੀ ਹੁੰਦੀ ਆ ਢਾਉਣ ਢੂਣਾ ਦੀ ਘਰ, ਉਹ ਲੈ ਆਈ। ਉਹ ਲਿਆ ਕੇ ਤੇ ਜਦੋਂ ਬਾਹਰ ਉਹਨਾਂ ਨੇ ਦੇਖਿਆ ਖਿੜਕੀ ਵੇਚਦੀ, ਤੇ ਉਹ ਫਿਰ ਖੋਲ੍ਹਿਆ ਬੂਹਾ ਫਟਾਫਟ। ਫਿਰ ਮਿੰਨਤਾਂ ਮੁੰਨਤਾਂ ਕੀਤੀਆਂ ਵੀ ਨਹੀਂ ਆ ਜਾਵੇ, ਉਹਨਾਂ ਨੂੰ ਪਤਾ ਲੱਗੇ ਵੀ ਇਹ ਤਾਂ ਹੁਣ ਘਰ ਢਾਹ ਲੈਣਗੇ। ਸੋ ਇਹੋ ਜਿਹੇ ਅਜੀਬ ਕੇਸ ਜਿਹੜੇ ਆ ਇੰਡੀਆ ਦੇ ਵਿੱਚ ਇਹ ਵੀ ਹੁੰਦੇ ਆ। ਅੱਛਾ, ਇੱਕ ਦੰਦ ਟੁੱਟਦੇ ਨੇ ਸਾਡੇ, ਟੁੱਟ ਜਾਂਦੇ ਨੇ, ਪਿੰਡਾਂ ਦੇ ਵਿੱਚ ਟੁੱਟਦੇ ਸੀ, ਨਿੱਕੇ ਹੁੰਦੇ ਦੰਦ ਟੁੱਟ ਜਾਂਦੇ ਸੀ। ਫਿਰ ਉਹਨੂੰ ਰੂੰ 'ਚ ਲਪੇਟ ਕੇ, ਜਾਂ ਸੂਰਜ ਨੂੰ ਘਰ ਦੇ ਕਹਿੰਦੇ ਹੁੰਦੇ ਸੀ ਦਿਖਾ ਦਿਓ, ਜਾਂ ਫਿਰ ਉਹਨੂੰ ਕਰ ਦਿੰਦੇ ਹੁੰਦੇ ਸੀਗੇ ਮੇਰੇ ਖਿਆਲ ਸਰਾਣੇ ਥੱਲੇ ਰੱਖ ਰਹੇ ਵੀ ਦੰਦ ਨੂੰ ਕੁਝ ਨਾ ਕੁਝ ਕਰਦੇ ਹੁੰਦੇ ਸੀ, ਵੀ ਤਾਂ ਹੁੰਦਾ ਸੂਰਜ ਨੂੰ ਦਿਖਾ ਕੇ ਫਿਰ ਸੁੱਟਦੇ ਸੀ, ਕੁਝ ਕਰਦੇ ਸੀ। ਪਰ ਹੁਣ ਡਾਕਟਰਾਂ ਨੇ ਕਾਢ ਕੱਢੀ ਇੰਡੀਆ ਦੇ ਵਿੱਚ, ਉਹ ਕਹਿੰਦੇ ਵੀ ਜੇ ਤੁਹਾਡਾ ਦੰਦ ਟੁੱਟ ਜਾਂਦਾ ਕਿਸੇ ਐਕਸੀਡੈਂਟ ਦੇ ਵਿੱਚ, ਕਿਸੇ ਨੂੰ ਲੜਾਈ ਲੜੀ ਹੁੰਦੀ, ਮੁੱਕਾ ਵੱਜ ਕੇ ਟੁੱਟ ਜਾਂਦਾ, ਤੇ ਉਹਨੂੰ ਸਿੱਟੋ ਨਾ, ਉਹਨੂੰ ਤੁਸੀਂ 1 ਘੰਟੇ ਦੇ ਵਿੱਚ ਜੇ ਤੁਸੀਂ ਡਾਕਟਰ ਕੋਲ ਲੈ ਜਾਓ ਦੰਦਾਂ ਵਾਲੇ ਕੋਲ, ਤਾਂ ਉਹਨੂੰ ਜੋੜ ਸਕਦਾ। ਪਰ ਸ਼ਰਤ ਇਹ ਹੈ, ਉਹ ਦੰਦ ਨੂੰ ਜਾਂ ਤਾਂ ਦੁੱਧ ਦੇ ਵਿੱਚ ਪਾ ਕੇ ਲਿਆਓ, ਜੇ ਦੁੱਧ ਦੇ ਵਿੱਚ ਨਹੀਂ ਲਿਆ ਸਕਦੇ ਤੇ ਆਪਣੇ ਮੂੰਹ ਦੇ ਵਿੱਚ ਹੀ ਰੱਖ ਲਓ, ਤੇ ਘੰਟੇ ਦੇ ਵਿੱਚ ਡਾਕਟਰ ਕੋਲ ਪਹੁੰਚ ਜਾਓ। ਹੁਣ ਜੇ ਚਲੋ ਐਕਸੀਡੈਂਟ ਹੋਇਆ ਫਿਰ ਤਾਂ ਬੰਦਾ ਘੰਟੇ 'ਚ ਪਹੁੰਚ ਜਾਊ, ਜੇ ਹੁਣ ਲੜਾਈ ਹੋਈ ਅਗਲਾ ਜਾਣ ਦਿੰਦਾ ਵਾ ਜਦੋਂ ਕੋਈ ਪੰਗਾ ਪੈਂਦਾ। ਸੋ ਇਹ ਇੱਕ ਨਵੀਂ ਖੋਜ ਕੱਢੀ ਆ। ਤੇ ਇੱਕ ਖਬਰ ਜਿਹੜੀ ਆ ਆਖਰੀ ਹੋਰ ਪੜ੍ਹ ਲੈਣੇ, ਬੜੀ ਹੈਰਾਨ ਕਰਨ ਵਾਲੀ ਖਬਰ ਹੈਗੀ ਆ। ਅਕਸਰ ਆਪਾਂ ਦੇਖਦੇ ਹਾਂ, ਘਰਾਂ ਦੀ ਗੱਲ ਕਰਦੇ ਹਾਂ, ਘਰ ਬਹੁਤ ਮਹਿੰਗੇ ਹੋ ਗਏ, ਬਹੁਤ ਮਹਿੰਗੇ ਘਰ ਹੋ ਗਏ, ਪਰ ਜਿਨ੍ਹਾਂ ਕੋਲ ਪੈਸਾ ਉਹਨਾਂ ਵਾਸਤੇ ਮਹਿੰਗਾ ਸਸਤਾ ਕੋਈ ਨਹੀਂ ਹੈਗਾ। ਭਾਰਤ ਦੇ ਵਿੱਚ ਮੁਕੇਸ਼ ਅੰਬਾਨੀ, ਜਿਨ੍ਹਾਂ ਨੂੰ ਅਸੀਂ ਅੰਬਾਨੀ ਕਹਿ ਦਿੰਦੇ ਹਾਂ, ਬੜੀ ਤਕੜੀ ਫਰਮ ਹੈਗੀ ਆ, ਬੜਾ ਪੈਸਾ, ਕੋਈ ਖਰਬਾਂ ਖੁਰਬਾਂ ਦਾ ਹੀ ਪੈਸਾ ਉਹਨਾਂ ਕੋਲ ਹੋਣਾ। ਅਤੇ ਉਹ ਭਾਈ ਪੈਸਾ ਉਹਨਾਂ ਕੋਲ ਬਹੁਤ ਹੈ। ਉਹਨਾਂ ਦਾ ਮੁੰਡਾ ਇੱਕ 27 ਸਾਲ ਦਾ ਅਨੰਤ ਅੰਬਾਨੀ, ਪਹਿਲਾਂ ਉਹਦਾ ਭਾਰ ਬਹੁਤ ਸੀਗਾ, ਮੇਰੇ ਖਿਆਲ ਪੌਣੇ 200 ਕਿਲੋ ਦੇ ਕਰੀਬ ਸੀ। 1 ਸਾਲ ਦੇ ਵਿੱਚ ਉਹਨੇ 108 ਕਿਲੋ ਭਾਰ ਘਟਾਇਆ। ਮੁੰਡੇ ਵਾਸਤੇ ਹੁਣ ਮੇਰੇ ਖਿਆਲ ਉਹਨੇ ਸਾਰਿਆਂ ਨੂੰ ਵੰਡ ਵੁੰਡ ਦਿੱਤਾ ਕੋਈ ਬਿਜ਼ਨਸ ਵਗੈਰਾ, ਤੇ ਮੁੰਡੇ ਨੂੰ ਘਰ ਲੈ ਕੇ ਦਿੱਤਾ ਉਹਨੇ ਦੁਬਈ ਦੇ ਵਿੱਚ। ਔਰ ਘਰ ਠੀਕ ਹੈ ਜੀ, ਵਧੀਆ ਘਰ ਲੈ ਕੇ ਦਿੱਤਾ। ਘਰ ਤੁਸੀਂ ਦੇਖ ਲਓ ਪਹਿਲਾਂ, ਫਿਰ ਗੱਲ ਕਰਦੇ ਹਾਂ। ਦੇਖਣ ਨੂੰ ਸਮੁੰਦਰ ਦੇ ਕਿਨਾਰੇ ਆ, ਪਿੱਛੇ ਬੜਾ ਵਧੀਆ ਮਾਹੌਲ ਹੈ, ਅਤੇ 10 ਬੈਡਰੂਮ ਹੈ ਇਹਦੇ, ਅਤੇ ਬਾਕੀ ਇਹ ਇੱਕ ਪਾਸੇ ਦਾ ਹੈਗਾ, ਬਾਕੀ ਹੋਰ ਵੀ ਹੋ ਸਕਦਾ ਬਹੁਤ ਵੱਡਾ ਹੋਵੇ। ਚਲੋ ਘਰ ਲੈਣਾ ਕੋਈ ਮਾੜੀ ਗੱਲ ਨਹੀਂ, ਹਰ ਬੰਦੇ ਦਾ ਸ਼ੌਕ ਹੈ। ਪਰ ਜੇ ਇਹਦੀ ਕੀਮਤ ਤੁਹਾਨੂੰ ਦੱਸੀਏ ਤਾਂ ਫਿਰ ਜ਼ਰੂਰ ਹੈਰਾਨੀ ਹੋਊਗੀ ਕਿ ਇਹਦੀ ਕੀਮਤ ਸਿਰਫ ਅਤੇ ਸਿਰਫ $80 ਮਿਲੀਅਨ ਹੈ, ਲਗਭਗ 640 ਕਰੋੜ ਬਣਦੇ ਨੇ, 640। ਸੋ ਇਹ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਚੀਜ਼ ਹੈਗੀ ਹੈ। ਮੁੱਖ ਦੀ ਗੱਲ ਤਾਂ ਫਿਰ ਉੱਥੇ ਆ ਜਾਂਦੀ ਆ ਭਾਈ, ਜਿਹਨਾਂ ਕੋਲ ਪੈਸੇ ਆ। ਆਹ ਮੁੰਡਾ ਜੀ ਜਿਹਨੇ 108 ਕਿਲੋ ਭਾਰ ਘਟਾਇਆ, ਇਹ ਘਟਿਆ ਹੋਇਆ ਭਾਰ ਜਿਹੜਾ ਹੈਗਾ ਹੁਣ ਬੜਾ ਸੋਹਣਾ ਲੱਗਦਾ, ਪਹਿਲਾਂ ਤਾਂ ਬਹੁਤ ਮੋਟਾ ਥੋਦੜ ਜਿਹਾ ਇਹ ਲੱਗਦਾ ਹੁੰਦਾ ਸੀਗਾ। ਚਲੋ ਜੀ, ਇਹ ਤੁਹਾਡੇ ਨਾਲ ਹੁਣ ਗੱਲਾਂ ਬਾਤਾਂ ਸਾਂਝੀਆਂ ਕਰ ਲਈਆਂ ਆਪਾਂ।